खबर लुधियाना तो है। अज आप गल करांगे केंद्र सरकार जदों दी सत्ता विच आई है हर सरकारी चीज़ का वो निजीकरण करती आ रही है। जे आप गल करिए चाहे वो रेलवे है या LIC है या होर बहुत सारे अदारे ने जिहड़े पहलां सरकारी सी ते हुण केंद्र सरकार चाहती है कि ये सारा कुछ कारपोरेट घराणा दे अंडर आ जाए। वधदी हुई महंगाई, किसानां दा दिल्ली बैठ के धरने लाउणा ते हुण प्राइवेट बैंकां नूं भी सरकार चाहुंदी है कि कारपोरेट घराणिਆਂ ਨੂੰ दे दिते जाण। इस नूं लैके लुधियाना विच भी हड़ताल की जा रही है। ये हड़ताल दूसरे दिन विच पहुंच गई है। बैंक कर्मचारियों का कहना है कि वो किसी भी हाल दे विच अपने बैंकां नूं निजी हत्थां विच नहीं जाण देणगे। ये आने वाला टाइम ही दसेगा कि आखिर सरकार गोडे टेकदी है या फिर वो निजीकरण करन विच कामयाब रहिंदी है। ये तो आने वाला वक्त ही दसेगा। जी असी प्राइवेटाइजेशन ਨੂੰ ਟੋਟਲੀ ਅਪੋਜ਼ ਕਰਦੇ ਹਾਂ। ਪਬਲਿਕ ਸੈਕਟਰ ਬੈਂਕ ਜਿਹੜੇ ਨੇ ਉਹ ਇੰਡੀਆ ਦੀ ਇਕਨੋਮੀ ਦੀ ਰੀੜ੍ਹ ਦੀ ਹੱਡੀ ਨੇ। ਪਬਲਿਕ ਸੈਕਟਰ ਬੈਂਕਸ ਦੇ ਨਾਲ ਹੀ ਇੰਡੀਆ ਦੇਸ਼ ਚੱਲ ਰਿਹਾ ਹੈ। ਜਿਹੜੀ ਇਹ ਪ੍ਰਾਈਵੇਟਾਈਜੇਸ਼ਨ ਦੀ ਮੂਵ ਚਲਾਈ ਹੈ ਸਰਕਾਰ ਨੇ, ਇਹ ਬੜੀ ਰੈਟਰੋਗ੍ਰੇਡ ਹੈ। ਇਹ ਪਿਛਾਂ ਵੱਲ ਨੂੰ ਲੈ ਕੇ ਜਾਊਗੀ ਸਰਕਾਰ ਸਾਡੀ ਇਕਨੋਮੀ ਨੂੰ, ਸਾਡੇ ਦੇਸ਼ ਨੂੰ। ਇਹ ਅੱਗੇ ਜਾਣ ਵਾਲੇ ਇਹ ਜਿੰਨਾ ਵੀ ਪ੍ਰਾਈਵੇਟ ਸੈਕਟਰ ਅੱਜ ਕੱਲ੍ਹ ਕੰਮ ਕਰ ਰਿਹਾ ਉਹ ਸਾਰਾ ਮਾਸ ਕਲਾਸ ਬੈਂਕਿੰਗ ਕਰਦੇ ਨੇ। ਅਸੀਂ ਮਾਸ ਬੈਂਕਿੰਗ ਕਰਦੇ ਨੇ। ਅਸੀਂ ਦੂਰ ਦੂਰ ਤੱਕ ਬ੍ਰਾਂਚਾਂ ਖੋਲ੍ਹੀਆਂ ਨੇ। ਅਸੀਂ ਉੱਥੇ ਵੀ ਚਲੇ ਗਏ ਜਿੱਥੇ ਪ੍ਰਾਈਵੇਟ ਸੈਕਟਰ ਦੀ ਸੋਚ ਖਤਮ ਹੋ ਜਾਂਦੀ ਆ। ਮੈਂ ਖੁਦ ਅਸਾਮ ਦੇ ਵਿੱਚ ਕੰਮ ਕਰਕੇ ਆਇਆ। ਉੱਥੇ ਇੰਨੀ ਦੂਰ ਦੂਰ ਜਾ ਕੇ ਅਸੀਂ ਬ੍ਰਾਂਚਾਂ ਖੋਲ੍ਹੀਆਂ, ਐਕਸਟੈਂਸ਼ਨ ਕਾਊਂਟਰ ਖੋਲ੍ਹੇ ਆ। ਉੱਥੇ ਇਹੋ ਜਿਹੀਆਂ ਬ੍ਰਾਂਚਾਂ ਨੇ ਜਿੱਥੇ ਦੋ ਨਦੀਆਂ ਕ੍ਰੋਸ ਕਰਕੇ ਵੀ ਅੱਗੇ ਜਾਣਾ ਪੈਂਦਾ। ਉਹੋ ਜਿਹੀਆਂ ਬ੍ਰਾਂਚਾਂ ਤੱਕ ਪਹੁੰਚਣ ਲਈ ਪ੍ਰਾਈਵੇਟ ਸੈਕਟਰ ਨੇ ਕਦੇ ਕੋਈ ਹਿੰਮਤ ਨਹੀਂ ਕੀਤੀ। ਸਾਡਾ ਸਿਰਫ ਸਰਕਾਰੀ ਜਿਹੜਾ ਅਦਾਰਾ ਹੈ, ਸਰਕਾਰੀ ਬੈਂਕ ਨੇ, ਉੱਥੇ ਪਹੁੰਚੇ ਨੇ। ਇਹ ਗਰੀਬਾਂ ਦੀ ਹੱਕ ਦੀ, ਗਰੀਬਾਂ ਦੀ ਆਵਾਜ਼ ਲੜੀ ਆ। ਜਿਹੜਾ ਵੀ ਅਸੀਂ ਜਿੰਨੀਆਂ ਵੀ ਸਰਕਾਰੀ ਸਕੀਮਾਂ ਅੱਜ ਤੱਕ ਚਲਾਈਆਂ ਨੇ ਉਹਨਾਂ ਨੂੰ ਸਕਸੈਸਫੁਲ ਕਰਾਉਣ ਪਿੱਛੇ ਸਿਰਫ ਪਬਲਿਕ ਸੈਕਟਰ ਬੈਂਕਸ ਨੇ ਹੀ ਸਿਹਰਾ ਬੰਨ੍ਹਿਆ ਜਾਂਦਾ ਹੈ। ਕਿਉਂਕਿ ਉਹਨਾਂ ਨੇ ਅੱਜ ਮੰਨ ਲਓ ਤੁਸੀਂ ਜਿਵੇਂ ਮੋਦੀ ਸਰਕਾਰ ਆਈ ਆ 2014 ਤੋਂ 2016 ਤੋਂ ਜਿਹੜੀ ਨੋਟਬੰਦੀ ਹੋਈ, ਨੋਟਬੰਦੀ ਤੋਂ ਲੈ ਕੇ ਅੱਜ ਤੱਕ 2021 ਤੱਕ ਜਿੰਨੀਆਂ ਵੀ ਸਕੀਮਾਂ ਚੱਲੀਆਂ ਨੇ ਉਹਨਾਂ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਬਲਿਕ ਸੈਕਟਰ ਬੈਂਕਾਂ ਦਾ ਹੈ। ਪਬਲਿਕ ਸੈਕਟਰ ਬੈਂਕ ਇਸ ਇਕਨੋਮੀ ਦੀ ਰੀੜ੍ਹ ਦੀ ਹੱਡੀ ਨੇ। ਪਬਲਿਕ ਸੈਕਟਰ ਦੇ ਬੈਂਕ ਅਸੀਂ ਇਕਨੋਮੀ ਨੂੰ ਇਮੈਜਨ ਨਹੀਂ ਕਰ ਸਕਦੇ। ਜਿਹੜਾ ਇਹਨਾਂ ਨੇ ਮੂਵ ਚਲਾਈ ਆ ਪ੍ਰਾਈਵੇਟਾਈਜੇਸ਼ਨ ਦੀ, ਟੋਟਲੀ ਰੈਟਰੋਗ੍ਰੇਡ ਆ। ਅਸੀਂ ਇਹਦੇ ਟੋਟਲੀ ਖਿਲਾਫ ਆ ਤੇ ਇਹਦਾ ਹਮੇਸ਼ਾ ਹੀ ਪੁਰਜ਼ੋਰ ਵਿਰੋਧ ਕਰਦੇ ਰਵਾਂਗੇ। ਜਿਵੇਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਉਹ ਸੰਘਰਸ਼ ਕਰ ਰਹੇ ਨੇ। ਜੇ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਅਸੀਂ ਵੀ ਬਾਰਡਰਾਂ ਤੇ ਬੈਠਾਂਗੇ, ਲੰਬਾ ਸੰਘਰਸ਼ ਕਰਾਂਗੇ, ਇੰਡੈਫੀਨਿਟ ਸਟ੍ਰਾਈਕ ਕਰਾਂਗੇ। ਧੰਨਵਾਦ। ਨਿੱਜੀਕਰਨ ਦੇ ਥਰੂ ਇਹ ਕਾਰਪੋਰੇਟ ਹਾਊਸਾਂ ਨੂੰ ਵੇਚਣਾ ਚਾਹੁੰਦੀ ਆ। ਕਾਰਪੋਰੇਟ ਹਾਊਸ ਉਹੀ ਨੇ ਜਿਨ੍ਹਾਂ ਨੇ ਸਾਡੇ ਤੋਂ ਵੱਡੇ ਵੱਡੇ ਲੋਨ ਲਏ ਨੇ। ਉਹੀ ਲੋਨ ਜਦੋਂ ਉਹਨਾਂ ਨੂੰ ਸਰਕਾਰੀ ਬੈਂਕ ਵੇਚੇ ਦਿੱਤੇ ਜਾਣਗੇ ਤਾਂ ਉਹੀ ਉਹਨਾਂ ਨੇ ਲੋਨ ਮਾਫ ਕਰਵਾ ਲੈਣੇ ਆ। ਉਹੀ ਉਹਨਾਂ ਦੀ ਪੂੰਜੀ ਉਹਨਾਂ ਦੇ ਹੱਥ ਹੀ ਚਲੇ ਜਾਣੀ ਆ। ਤਾਂ ਕਿ ਇਹ ਟੋਟਲੀ ਇਹ ਆਮ ਲੋਕਾਂ ਦੇ ਅਗੇਂਸਟ ਆ। ਇਹ ਜਿਹੜਾ ਕੀਤਾ ਗਿਆ ਹੈ ਬਹੁਤ ਹੀ ਕਾਰਪੋਰੇਟ ਅਦਾਰਿਆਂ ਦੇ ਪ੍ਰੈਸ਼ਰ ਦੇ ਅੰਡਰ ਆ ਕੇ ਕੀਤਾ ਗਿਆ ਹੈ। ਅਸੀਂ ਟੋਟਲੀ ਇਹਨੂੰ ਕੰਡੈਮ ਕਰਦੇ ਹਾਂ ਤੇ ਇਹਦੇ ਲਈ ਜਿੱਡੀ ਲੰਬੀ ਲੜਾਈ ਸਾਨੂੰ ਲੜਨੀ ਪਈ ਅਸੀਂ ਲੜਾਂਗੇ। उसमें सबसे इम्पोर्टेंट बात है कि कस्टमर सर्विस, जो कि एक बैंकों का एक बड़ा इम्पोर्टेंट सिस्टम है, अगर कस्टमर सेटिस्फाई नहीं होगा तो उसको इस से मतलब नहीं है कि किस बैंक से हम डील करते हैं, किससे नहीं करते। आज एक बहुत बड़ा कॉन्स्पिरेसी है। कुछ सरकार को जो फीडबैक दी जा रही है वो फीडबैक जो है वो इस प्रकार की दे जा रही है कि हमारे जो पब्लिक सेक्टर बैंक हैं उसमें एफिशिएंसी नहीं है। अब जब हम बात करें बैंकिंग की, बैंकिंग दो तरह की है। एक है आपका मोटिव खाली प्रॉफिटेबिलिटी, दूसरा है कि आपने सोशल एक्टिविटीज़ को जो हमारे डाउन ट्रोडन सेक्शन ऑफ सोसाइटी है उनके लिए कुछ काम करना। एक मजदूर है, उसको 10,000 रुपये का लोन चाहिए, वो तो प्राइवेट बैंक के अंदर जाएगा ही नहीं। उसको तो ये रहेगा कि मैं कहाँ पर मेरा काम हो सकता है। आज मुझे ये बताओ कि अगर कोई भी डाटा ले लो, गवर्नमेंट की जितनी भी स्कीम है उसमें जो कंट्रीब्यूशन है तो 5-6% से ज़्यादा नहीं है प्राइवेट बैंक्स का। प्राइवेट बैंक्स का मतलब क्या है? उनका प्रॉफिटेबिलिटी। उनको कोई मतलब नहीं है कि भाई आपका जो पावर्टी एलिवेशन प्रोग्राम को इम्प्लीमेंट करना है या गरीबी रेखा से जो नीचे रह रहे हैं उनका क्या करना है, या मान लो आज पंजाब सरकार ने 750-1500 रुपया पेंशन बढ़ा दी। अब बुढ़ापा पेंशन कौन दे रहा है? आज जो हमारे ऑर्थोपेडिकली हैंडीकैप्ड है उनको पेंशन कौन दे रहा है? विडो को पेंशन कौन दे रहा है?
तो ये इंडिया अभी उस डेवलपिंग सिस्टम में नहीं आया कि जहां हम ये कहें कि हर व्यक्ति को जो है वो कार्ड चलाना भी आ गया, सारा कुछ आ गया। तो जो सिस्टम है उसमें जो है हम ये जो करते हैं तो उसमें जो है कैसे हम कर सकते हैं कि जो है प्राइवेट बैंक जो है जो प्राइवेट बैंक जो है वो अगर यहाँ ज़्यादा आने शुरू हो जाएंगे इसका तो उसमें मेरे हिसाब से समाज जो है वो जो क्योंकि पहले ही इंडिया जो है अभी उस लेवल की इकॉनमी नहीं है कि वो जो है अपनी जीडीपी बरकरार रखे। यहाँ पर अभी सिस्टम्स को स्टेबलाइज करने में बहुत समय लगेगा। तो प्राइवेटाइजेशन जो है वो इंडिया जैसे कंट्री के लिए जो बहुत ही हानिकारक है। तो हम ये डिमांड करते हैं, ये समाज के लिए है, ये खाली बैंक एम्प्लॉय के नहीं है, ये सारे कंट्री के इंटरेस्ट में है कि हम पब्लिक सेक्टर मजबूत करें। तो इससे ही जो है आने वाला समय हमारे देश के लिए जो है एक समृद्धि का जो है रूप लाएगा। थैंक यू। तो हम आगे संघर्ष जारी रखेंगे, संघर्ष और बढ़ाएंगे, जो भी हमारी लीडरशिप लेंगे तो उसमें भी हम करेंगे। शिखा मल्होत्रा है और आज स्ट्राइक का प्राइवेटाइजेशन के अगेंस्ट सेकंड डे है 16 मार्च। वी आर डूइंग दिस स्ट्राइक बिकॉज वी आर अगेंस्ट दिस प्राइवेटाइजेशन। गवर्नमेंट 1991 में एलपीजी लेके आई थी, लिबरलाइजेशन, प्राइवेटाइजेशन, ग्लोबलाइजेशन, एंड दैट इज फॉर हेल्दी कंपटीशन बिटवीन पब्लिक एंड प्राइवेट सेक्टर बैंक्स। बट नाउ अब गवर्नमेंट क्या कर रही है कि प्राइवेट सेक्टर्स को ही सिर्फ बढ़ावा दे रही है और पब्लिक सेक्टर को बेचती जा रही है। इट्स नॉट कॉल्ड प्राइवेटाइजेशन, इट इज कॉल्ड सेलिंग। बेसिकली गवर्नमेंट तरकीबें सोच रही है कि अगले 3-4 साल में वो कैसे पैसा कमा सकती है। हमारी जनरेशन के बारे में सोच नहीं रही है कि आगे 30-40 साल में हमारी जनरेशन का क्या होगा। मैं अपने ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफैक्ट नहीं है। तो मेरे बाल ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੈ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।